6 ਮਈ 1937 ਨੂੰ ਜਰਮਨ ਦੇ ਵਿੱਚ ਇੱਕ 에ਅਰਸ਼ਿਪ ਵਿੱਚ ਅੱਗ ਲੱਗ ਜਾਂਦੀ ਆ, ਜਿਹਦੇ ਵਿੱਚ 35 ਜਣਾਂ ਦੀ ਮੌਤ ਹੋ ਜਾਂਦੀ ਆ। ਹੁਣ ਇਹ ਜਿਹੜੇ ਹਿਊਮਨ ਹਿਸਟਰੀ ਦੇ ਵੱਡੇ ਹਾਦਸੇ ਹੋਏ ਸੀ, ਉਹਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਏ। ਕਿਉਂ ਮੰਨਿਆ ਜਾਂਦਾ? ਕਿਉਂਕਿ ਇਹ ਨੈਚੁਰਲ ਨਹੀਂ ਸੀ, ਇਹ ਹਿਊਮਨ ਮੇਡ ਸੀਗਾ। ਕਿਉਂਕਿ ਉਸ 에ਅਰਸ਼ਿਪ ਦੇ ਵਿੱਚ ਹਾਈਡਰੋਜਨ ਗੈਸ ਬਹੁਤ ਜ਼ਿਆਦਾ ਸੀ, ਅਤੇ ਇੱਕ ਹਾਈਡਰੋਜਨ ਗੈਸ ਨਾਲ ਭਰੇ ਇੱਕ ਗੁਬਾਰੇ ਦੇ ਵਿੱਚ 100 ਜਣਿਆਂ ਨੂੰ ਟਰੈਵਲ ਕਰਵਾਉਣਾ ਕੋਈ ਸਮਝਦਾਰੀ ਭਰਿਆ ਕੰਮ ਨਹੀਂ ਸੀ। ਇਸ ਲਈ ਇਸ ਨੂੰ ਟਾਲਿਆ ਜਾ ਸਕਦਾ ਸੀ, ਇਸ ਲਈ ਨੈਚੁਰਲ ਨਹੀਂ ਸੀ, ਇਹ ਇੱਕ ਹਿਊਮਨ ਮੇਡ ਡਿਜ਼ਾਸਟਰ ਸੀਗਾ। ਇਹ ਜਿਹੜਾ ਸ਼ਿਪ ਸੀ, 에ਅਰਸ਼ਿਪ ਸੀ ਜਿਹਨੂੰ ਅੱਗ ਲੱਗੀ, ਉਹਦਾ ਨਾਂ ਸੀ ਹਿੰਡਨਬਰਗ। ਹੁਣ ਹਿੰਡਨਬਰਗ ਰਿਸਰਚ ਕੰਪਨੀ ਕੀ ਆ? ਹਿੰਡਨਬਰਗ ਰਿਸਰਚ ਕੰਪਨੀ ਇੱਕ ਫੋਰੈਂਸਿਕ ਫਾਈਨੈਂਸ਼ੀਅਲ ਰਿਸਰਚ ਕੰਪਨੀ ਆ। ਇਹਦਾ ਨਾਮ ਉਸ 에ਅਰਸ਼ਿਪ ਹਿੰਡਨਬਰਗ 에ਅਰਸ਼ਿਪ ਦੇ ਤਰਜ਼ 'ਤੇ ਰੱਖਿਆ ਗਿਆ, ਕਿਉਂਕਿ ਜਿਵੇਂ ਉਹ 에ਅਰਸ਼ਿਪ ਵਾਲਾ ਹਾਦਸਾ ਸੀ ਹਿੰਡਨਬਰਗ ਦਾ, ਉਹ ਹਿਊਮਨ ਮੇਡ ਸੀ, ਉਹਨੂੰ ਅਵੋਇਡ ਕੀਤਾ ਜਾ ਸਕਦਾ ਸੀ। ਇਸੇ ਤਰ੍ਹਾਂ ਇਸ ਕੰਪਨੀ ਦਾ ਮਕਸਦ ਵੀ ਇਹ ਆ ਕਿ ਫਾਈਨੈਂਸ਼ੀਅਲ ਵਰਲਡ ਦੇ ਵਿੱਚ ਜਿਹੜੇ ਕਰਪਸ਼ਨ ਜਾਂ ਫਰੋਡ ਹੋ ਰਹੇ ਆ, ਅਜਿਹੇ ਜਿਹੜੇ ਫਰੋਡ ਆ ਜਾਂ ਕਰਪਸ਼ਨ ਆ ਜਿਨ੍ਹਾਂ ਨੂੰ ਅਵੋਇਡ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਰੋਕਿਆ ਜਾਵੇ, ਲੋਕਾਂ ਦੇ ਪੈਸੇ ਉਹਦੇ ਵਿੱਚੋਂ ਬਚਾਏ ਜਾਣ। ਹੁਣ ਇਹ ਕੰਪਨੀ ਕੀ ਕਰਦੀ ਆ? ਇਹੋ ਜਿਹੇ ਜਿਹੜੇ ਕੰਪਨੀਆਂ ਹੁੰਦੀਆਂ ਏ ਜਿਹੜੀਆਂ ਫਰੋਡ ਕਰ ਰਹੀਆਂ ਨੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੀ ਆ ਤਾਂ ਕਿ ਲੋਕ ਆਪਦਾ ਪੈਸਾ ਉਹਦੇ ਵਿੱਚੋਂ ਬਚਾ ਲੈਣ। ਪਰ ਇਹ ਕੰਪਨੀ ਕੋਈ ਚੈਰਿਟੀ ਨਹੀਂ ਕਰ ਰਹੀ, ਕੋਈ ਸਮਾਜ ਸੇਵਾ ਨਹੀਂ ਕਰ ਰਹੀ। ਇਹ ਕੰਪਨੀ ਵੀ ਆ ਪ੍ਰੋਫਿਟ ਬਣਾਉਂਦੀ ਆ। ਉਹਦੀ ਪ੍ਰੋਫਿਟ ਕਿਵੇਂ ਬਣਾਉਂਦੀ, ਉਹ ਆਪਾਂ ਅੱਗੇ ਗੱਲ ਕਰਾਂਗੇ। ਕੰਪਨੀ ਸ਼ੁਰੂ ਹੋਈ ਸੀ 2017 ਵਿੱਚ। ਨੇਥਨ ਐਂਡਰਸਨ ਨਾਂ ਦੇ ਬੰਦੇ ਨੇ ਸ਼ੁਰੂ ਕੀਤੀ ਸੀ ਜੇਰੂਸਲਮ ਵਿੱਚ। ਇਹ ਬੰਦਾ ਕਿਸੇ ਸਮੇਂ ਐਂਬੂਲੈਂਸ ਚਲਾਉਂਦਾ ਸੀ। ਫਿਰ ਯੂਨੀਵਰਸਿਟੀ ਆਫ ਕੈਨੇਟਿਕ ਤੋਂ ਇਹਨੇ ਆਪਣੀ ਬੈਚਲਰ ਡਿਗਰੀ ਪ੍ਰਾਪਤ ਕੀਤੀ, ਤੇ ਉਸ ਤੋਂ ਬਾਅਦ ਫਾਈਨੈਂਸ਼ੀਅਲ ਵਰਲਡ ਵਿੱਚ ਹੋ ਗਿਆ। ਅਤੇ ਇਹਨੇ ਬਹੁਤ ਸਾਰੇ ਜਿਹੜੇ ਹੈਗੇ ਆ ਨਾ ਕਰਪਸ਼ਨਸ ਜਾਂ ਫਰੋਡ ਜਾਂ ਮੈਨੂਪੂਲੇਸ਼ਨ ਹੋ ਰਹੀ ਸੀਗੀ ਬਿਜ਼ਨਸ ਵਰਲਡ ਵਿੱਚ, ਉਹਨਾਂ ਨੂੰ ਇਹਨੇ ਰਿਵੀਲ ਕਰਕੇ ਲੋਕਾਂ ਦੇ ਬਹੁਤ ਪੈਸੇ ਬਚਾਏ ਅਤੇ ਖੁਦ ਬਹੁਤ ਪੈਸੇ ਬਣਾਏ। ਹੁਣ ਇਹ ਪੈਸੇ ਬਣਾਉਂਦੀ ਕਿਵੇਂ ਆ? ਜਿਵੇਂ ਮੈਂ ਪਹਿਲਾਂ ਕਿਹਾ ਸੀ, ਇਹ ਕੋਈ ਚੈਰਿਟੀ ਨਹੀਂ ਕਰ ਰਹੀਗੀ ਜਾਂ ਸਮਾਜ ਸੇਵਾ ਨਹੀਂ ਕਰ ਰਹੀ। ਇਹ ਪੈਸੇ ਬਣਾਉਂਦੀ ਹੈ ਸ਼ਾਰਟ ਸੈਲਿੰਗ ਕਰਕੇ। ਹੁਣ ਸ਼ਾਰਟ ਸੈਲਿੰਗ ਕੀ ਹੁੰਦੀ ਆ? ਜੇ ਤਾਂ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਤੁਸੀਂ ਟ੍ਰੇਡਿੰਗ ਵਗੈਰਾ ਕਰਦੇ ਆ ਤਾਂ ਤੁਹਾਨੂੰ ਸ਼ਾਰਟ ਸੈਲਿੰਗ ਪਤਾ ਹੋਊ। ਜੇ ਤੁਸੀਂ ਨਵੇਂ ਆ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਸਟਾਕ ਮਾਰਕੀਟ ਵਿੱਚ ਪੈਸੇ ਕਮਾਉਣ ਦਾ ਤਰੀਕਾ ਜਿਹੜਾ ਆਪਾਂ ਨੂੰ ਆਮ ਹੀ ਪ੍ਰਚਲਿਤ ਆ, ਉਹ ਆ ਕਿ ਕਿਸੇ ਕੰਪਨੀ ਦਾ ਸ਼ੇਅਰ ਖਰੀਦੋ। ਜਦੋਂ ਉਹ ਕੰਪਨੀ ਦਾ ਸ਼ੇਅਰ ਵੱਧ ਗਿਆ ਤਾਂ ਉਹ ਜਿਹੜਾ ਵੱਧ ਗਿਆ ਰੇਟ, ਜਿਵੇਂ 100 ਦਾ ਤੁਸੀਂ ਖਰੀਦਿਆ, 150 ਦਾ ਜਦੋਂ ਹੋ ਗਿਆ ਤਾਂ ਤੁਸੀਂ ਉਹਨੂੰ ਵੇਚ ਦੇਣਾ, ਤਾਂ ਜਿਹੜਾ 50 ਰੁਪਏ ਜਿਹੜਾ ਡਿਫਰੈਂਸ ਆ ਉਹ ਆਪਣਾ ਪ੍ਰੋਫਿਟ ਹੋ ਜੂ। ਇਹ ਇੱਕ ਜਿਹੜੀ ਪ੍ਰਚਲਿਤ ਚੀਜ਼ ਚੱਲਦੀ ਆ। ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਉਹ ਇਸ ਤੋਂ ਉਲਟੀ ਆ, ਉਹ 'ਚ ਖਰੀਦਣਾ ਨਹੀਂ, ਉਹਨੂੰ ਵੇਚਣਾ ਹੈ। ਹੁਣ ਤੁਸੀਂ ਕਹੋਗੇ ਜਿਹੜਾ ਸ਼ੇਅਰ ਆਪਣੇ ਕੋਲ ਹੈ ਨਹੀਂ ਉਹ ਵੇਚਣਾ ਕਿਵੇਂ ਆ? ਉਹ ਆਪਣੇ ਕੋਲ ਹੈ ਨਹੀਂ ਪਰ ਬ੍ਰੋਕਰ ਕੋਲੇ ਹੁੰਦੇ ਆ, ਉਹਨਾਂ ਤੋਂ ਆਪਾਂ ਉਧਾਰੇ ਲੈਣੇ ਇੱਕ ਤਰ੍ਹਾਂ ਨਾਲ। ਜਿਵੇਂ ਸ਼ੇਅਰ ਦੀ ਕੀਮਤ ਅੱਜ 100 ਰੁਪਏ ਆ, ਆਪਾਂ ਬ੍ਰੋਕਰ ਨੂੰ ਕਿਹਾ ਕਿ ਯਾਰ ਮੈਨੂੰ ਇੱਕ ਸ਼ੇਅਰ ਦੇ ਦੇ ਅਤੇ ਮੈਥੋਂ 5 ਦਿਨਾਂ ਨੂੰ, ਫੋਰ ਐਗਜ਼ਾਮਪਲ 5 ਦਿਨਾਂ ਨੂੰ ਵਾਪਸ ਲੈ ਲਈ। ਠੀਕ ਆ। ਹੁਣ ਉਹਦੇ ਨਾਲ ਇਹਦੇ ਵਿੱਚ ਪ੍ਰਾਈਸ ਦਾ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਆਪਾਂ ਉਹ ਤੋਂ ਸ਼ੇਅਰ ਲਿਆ ਤਾਂ ਉਹਨੂੰ ਸ਼ੇਅਰ ਹੀ ਦੇਣਾ ਗਾ, ਭਾਵੇਂ ਉਹ ਉਸ ਦਿਨ ਜਿਹੜੀ ਮਰਜ਼ੀ ਕੀਮਤ 'ਤੇ ਹੋਵੇ। ਆਪਾਂ ਕੀਤਾ ਉਹ ਤੋਂ ਸ਼ੇਅਰ ਲੈ ਲਿਆ 100 ਰੁਪਏ ਦਾ ਅਤੇ ਮਾਰਕੀਟ ਵਿੱਚ ਉਹਨੂੰ ਵੇਚ ਦਿੱਤਾ, ਆਪਣੇ ਕੋਲ 100 ਰੁਪਏ ਆ ਗਏ। ਦੋਵਾਂ ਤਿੰਨਾਂ ਜਾਂ ਚਾਰਾਂ ਪੰਜਾਂ ਜਿੰਨੇ ਵੀ ਆਪਣੇ ਕੋਲ ਦਿਨ ਹੈਗੇ ਆ, ਉਹਨਾਂ ਦਿਨਾਂ ਬਾਅਦ ਵਿੱਚ ਉਹ ਸ਼ੇਅਰ ਦੀ ਕੀਮਤ ਨੀਚੇ ਵੱਜੀ, ਥੱਲੇ ਵੱਜਿਆ, ਫੋਰ ਐਗਜ਼ਾਮਪਲ ਉਹ 80 'ਤੇ ਆ ਗਿਆ, ਤਾਂ 80 ਦਾ ਆਪਾਂ ਉਹ ਖਰੀਦ ਲਿਆ। ਠੀਕ ਆ। ਹੁਣ ਅਤੇ 80 ਦਾ ਖਰੀਦ ਕੇ ਜਿਹੜਾ ਬ੍ਰੋਕਰ ਆ ਉਹਨੂੰ ਆਪਾਂ ਵਾਪਸ ਦੇਤਾ, ਕਿਉਂਕਿ ਉਹਨੇ ਤਾਂ ਸ਼ੇਅਰ ਲੈਣਾ ਸੀ, ਉਹਨੂੰ ਰੇਟ ਨਾਲ ਕੋਈ ਮਤਲਬ ਨਹੀਂ ਸੀ। ਇਸ ਲਈ ਆਪਾਂ ਵੇਚਿਆ ਸੀਗਾ 100 ਦੇ ਵਿੱਚ, ਖਰੀਦ ਲਿਆ ਆਪਾਂ 80 ਵਿੱਚ, ਆਪਾਂ ਨੂੰ 20 ਰੁਪਏ ਦਾ ਪ੍ਰੋਫਿਟ ਹੋ ਗਿਆ। ਇਹੀ ਜੇ ਉਲਟਾ ਹੋ ਜਾਂਦਾ, 100 ਦਾ ਆਪਾਂ ਖਰੀਦਾ ਤਾਂ ਉਹ ਉੱਪਰ ਜਾਣਾ ਸ਼ੁਰੂ ਹੋ ਜਾਂਦਾ, 120 ਜਾਂ 30 ਦਾ ਹੋ ਜਾਂਦਾ, ਅਤੇ ਜਿਹੜਾ ਉਹ 20 ਜਾਂ 30 ਰੁਪਏ ਦਾ ਡਿਫਰੈਂਸ ਸੀ ਉਹ ਆਪਣਾ ਲੋਸ ਹੋਣਾ ਸੀਗਾ। ਹੁਣ ਜਿਹੜੀ ਹਿੰਡਨਬਰਗ ਰਿਸਰਚ ਆ, ਇਹਦਾ ਕੰਮ ਕਰਨ ਦਾ ਤਰੀਕਾ ਕੀ ਆ? ਇਹਦਾ ਕੰਮ ਕਰਨ ਦਾ ਤਰੀਕਾ ਹੈਗਾ ਏ ਕਿ ਜਿਹੜੀ ਕੰਪਨੀ ਤੈਨੂੰ ਸ਼ੱਕ ਹੁੰਦਾ ਏ ਕਿ ਯਾਰ ਇਸ ਕੰਪਨੀ ਦੇ ਵਿੱਚ ਕੋਈ ਨਾ ਝੋਲ ਹੈਗਾ ਏ, ਇਹ ਕੋਈ ਫਰੋਡ ਕਰ ਰਹੀ ਆ ਜਾਂ ਇਹਦੇ ਵਿੱਚ ਕੁਝ ਮੈਨੂਪੂਲੇਸ਼ਨ ਹੋ ਰਹੀ ਆ, ਉਹ ਉਸ ਕੰਪਨੀ 'ਚ ਆਪਦੀ ਡੀਪ ਰਿਸਰਚ ਸ਼ੁਰੂ ਕਰ ਦਿੰਦੀ ਆ। ਅਤੇ ਇਹਨਾਂ ਦੀ ਰਿਸਰਚ ਜਿਹੜੀ ਮਾੜੀ ਮੋਟੀ ਨਹੀਂ ਹੁੰਦੀ, ਕਈ ਸਾਲ ਰਿਸਰਚ ਚੱਲਦੀ ਆ, ਅਤੇ ਪੂਰੀ ਚੰਗੀ ਤਰ੍ਹਾਂ ਰਿਸਰਚ ਕਰਕੇ ਨਾ ਇੱਕ ਰਿਪੋਰਟ ਤਿਆਰ ਕਰ ਲੈਂਦੇ ਆ, ਅਤੇ ਫਿਰ ਉਹ ਡਿਸਾਈਡ ਕਰਦੇ ਕਿ ਆਪਾਂ ਇਸ ਕੰਪਨੀ ਦੇ ਜਿਹੜੇ ਸ਼ੇਅਰ ਹੈਗੇ ਉਹਨਾਂ ਨੂੰ ਸੈੱਲ ਕਰਨਾ, ਸ਼ਾਰਟ ਕਰਨਾ ਸ਼ੁਰੂ ਕਰ ਦੇਣਾ ਹੈ। ਪਰ ਉਹ ਰਿਪੋਰਟ ਨੂੰ ਪਬਲਿਕ ਕਰਨ ਤੋਂ ਪਹਿਲਾਂ ਆਪਦੇ ਇਨਵੈਸਟਰ ਨੂੰ ਦੇ ਦਿੰਦੇ ਆ ਤਾਂ ਕਿ ਉਹ ਆਪਦੀ ਪੋਜੀਸ਼ਨ ਬਣਾ ਲੈਣ, ਅਤੇ ਨਾਲੇ ਆਪ ਪੋਜੀਸ਼ਨ ਬਣਾ ਲੈਂਦੇ ਸੈਲਿੰਗ ਦੀ। ਫਿਰ ਉਸ ਤੋਂ ਬਾਅਦ ਜਦੋਂ ਪਬਲਿਕ ਕਰਦੇ ਆ ਤਾਂ ਜ਼ਿਆਦਾਤਰ ਕੀ ਹੋਇਆ ਕਿ ਜਿੰਨੇ ਕੰਪਨੀਆਂ ਦੀਆਂ ਇਹਨਾਂ ਨੇ ਰਿਪੋਰਟ ਪਬਲਿਸ਼ ਕੀਤੀਆਂ ਉਹ ਸਾਰੀਆਂ ਡਿੱਗੀਆਂ ਹੀ ਆ। ਅਤੇ ਜਦੋਂ ਇਹ ਪਬਲਿਕ ਕਰਦੇ ਰਿਪੋਰਟ, ਅਤੇ ਲੋਕਾਂ ਦੇ ਵਿੱਚ ਪੈਨਿਕ ਆ ਜਾਂਦਾ, ਲੋਕ ਸੇਲ ਕਰਨੇ ਸ਼ੁਰੂ ਕਰ ਦਿੰਦੇ, ਜਿਹੜੀ ਕੀਮਤ ਹੈਗੀ ਉਹ ਸ਼ੇਅਰਾਂ ਦੀ ਉਹ ਥੱਲੇ ਵੱਜਦੀ ਆ। ਇਹ ਉੱਥੋਂ ਫਿਰ ਬਾਏ ਕਰਕੇ ਜਿਹੜਾ ਪ੍ਰੋਫਿਟ ਹੈਗਾ ਮੋਟਾ ਬਣਾ ਲੈਂਦੇ, ਨਾਲੇ ਆਪ ਬਣਾ ਲੈਂਦੇ, ਨਾਲੇ ਇਨਵੈਸਟਰ ਬਣਾ ਲੈਂਦੇ ਆ। ਇਹ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਹੈ, ਅਤੇ ਇਹ ਤਰੀਕਾ ਇਲੀਗਲ ਨਹੀਂ ਗਾ। ਇਸ ਤਰੀਕੇ ਨਾਲ ਲੋਕ ਪੈਸਾ ਬਣਾਉਂਦੇ ਆ, ਹਾਂ ਗਵਾਉਂਦੇ ਵੀ ਆ, ਪਰ ਇਹ ਤਰੀਕਾ ਇਲੀਗਲ ਨਹੀਂ ਹੈਗਾ, ਇਹ ਸਹੀ ਬਿਲਕੁਲ ਇੱਕਦਮ ਲੀਗਲ ਤਰੀਕਾ ਹੈਗਾ ਏ। 2020 ਦੇ ਵਿੱਚ ਇਸ ਹਿੰਡਨਬਰਗ ਰਿਸਰਚ ਕੰਪਨੀ ਨੇ ਨਿਕੋਲਾ ਨਾਮ ਦੀ ਕੰਪਨੀ ਦੇ ਉੱਤੇ ਇੱਕ ਰਿਪੋਰਟ ਪਬਲਿਸ਼ ਕੀਤੀ ਸੀ ਕਿ ਇਸ ਕੰਪਨੀ ਦਾ ਜਿਹੜਾ CEO ਆ ਉਹ ਫਰੋਡ ਕਰ ਰਿਹਾ ਏ।
ਜਦੋਂ ਉਹ ਰਿਪੋਰਟ ਪਬਲਿਸ਼ ਹੋਈ ਨਾ, ਉਸ ਸਮੇਂ ਜਿਹੜੀ ਕੰਪਨੀ ਉਹਦੀ ਵੈਲਿਊਏਸ਼ਨ $3.5 ਬਿਲੀਅਨ ਸੀਗੀ। ਪਰ ਜਦੋਂ ਹੀ ਰਿਪੋਰਟ ਪਬਲਿਸ਼ ਹੋ ਗਈ ਨਾ, ਉਸ ਤੋਂ ਬਾਅਦ ਉਹ ਥੋੜ੍ਹੇ ਦਿਨਾਂ ਬਾਅਦ ਹੀ ਜਿਹੜੀ ਉਸ ਕੰਪਨੀ ਦੀ ਵੈਲਿਊਏਸ਼ਨ ਆ 1.3 ਬਿਲੀਅਨ ਰਹਿ ਗਈ ਸੀਗੀ। ਐਡਾ ਇਸ ਰਿਪੋਰਟ ਦਾ ਇਫੈਕਟ ਪਿਆ ਸੀਗਾ ਉਸ ਕੰਪਨੀ ਦੇ ਉੱਤੇ। ਅਤੇ ਦੂਸਰੀ ਗੱਲ ਇਹ ਕਿ ਉਸ ਕੰਪਨੀ ਦੇ ਨੇ ਸਿਰਫ ਫਾਈਨੈਂਸ਼ੀਅਲ ਲਾਸ ਹੀ ਨਹੀਂ ਹੋਇਆ, ਉਸ ਜਿਹੜਾ ਕੰਪਨੀ ਸੀ CEO ਉਹਦੇ ਉੱਤੇ ਕੇਸ ਵੀ ਸ਼ੁਰੂ ਹੋ ਗਏ ਸੀ, ਜਿਹਦੇ ਵਿੱਚ ਉਹਨੂੰ ਗਿਲਟੀ ਵੀ ਪਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਕੰਪਨੀ ਨੇ ਵਿੰਸ ਫਾਈਨੈਂਸ, ਜੀਨੀਅਸ ਬ੍ਰਾਂਡ, ਚਾਈਨਾ ਮੈਟਲ ਰਿਸੋਰਸ ਯੂਟੀਲਾਈਜੇਸ਼ਨ, ਇਸ ਤਰ੍ਹਾਂ ਦੀਆਂ ਹੋਰ ਬੜੀਆਂ ਕੰਪਨੀਆਂ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਆਪਦੀ ਰਿਪੋਰਟ ਪਬਲਿਸ਼ ਕੀਤੀ ਸੀ, ਅਤੇ ਕੰਪਨੀਆਂ ਦੀ ਹਾਲਤ ਖਰਾਬ ਕਰਤੀ ਸੀ ਇਸ ਰਿਪੋਰਟ ਨੇ। ਐਡਾ ਪ੍ਰਕੋਪ ਆ ਇਸ ਰਿਪੋਰਟ ਦਾ ਕਿ ਕੰਪਨੀਆਂ ਇਸ ਗੱਲ ਤੋਂ ਘੱਟ ਡਰਦੀਆਂ ਕਿ ਕੱਲ੍ਹ ਨੂੰ ਸਾਡੇ ਉੱਤੇ ਸਰਕਾਰ ਦੀ ਕੋਈ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਵੇ, ਬਲਕਿ ਇਸ ਗੱਲ ਤੋਂ ਜ਼ਿਆਦਾ ਡਰਦੀਆਂ ਕਿ ਕਿਤੇ ਹਿੰਡਨਬਰਗ ਦੀ ਰਿਪੋਰਟ ਵਿੱਚ ਸਾਡਾ ਨਾਮ ਨਾ ਆ ਜਾਵੇ। 24 ਜਨਵਰੀ 2023 ਨੂੰ ਹਿੰਡਨਬਰਗ ਰਿਸਰਚ ਨਾਮ ਦੀ ਕੰਪਨੀ ਨੇ ਨਾ 106 ਪੇਜ ਦੀ ਇੱਕ ਰਿਪੋਰਟ ਪਬਲਿਸ਼ ਕੀਤੀ। ਇਸ ਰਿਪੋਰਟ ਵਿੱਚ ਹਿੰਡਨਬਰਗ ਨੇ 88 ਸਵਾਲ ਪੁੱਛੇ, ਜਿਹਦੇ ਵਿੱਚ 72 ਸਾਈਟੇਸ਼ਨ ਸੀ। ਮਤਲਬ 720 ਸਾਈਟੇਸ਼ਨ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਉਹਨਾਂ ਨੇ ਜਿਹੜੇ ਇਲਜ਼ਾਮ ਲਗਾਏ ਆ ਅਡਾਨੀ ਗਰੁੱਪ ਤੇ, ਉਹਨਾਂ ਦੇ ਪ੍ਰੂਫ ਵੀ ਦਿੱਤੇ ਆ ਕਿ ਅਸੀਂ ਐਵੇਂ ਹਵਾ ਵਿੱਚ ਨਹੀਂ ਗੱਲਾਂ ਕਰ ਰਹੇ, ਅਸੀਂ ਇਸ ਚੀਜ਼ ਦਾ ਪ੍ਰੂਫ ਦੇ ਰਹੇ ਹਾਂ ਕਿ ਅਸੀਂ ਇਹ ਜਿਹੜਾ ਇਲਜ਼ਾਮ ਲਗਾਇਆ ਕਿਸ ਬੇਸ ਤੇ ਲਗਾਇਆ ਹੈ। ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਇਸ ਜਿਹੜਾ ਰਿਪੋਰਟ ਦਾ ਟਾਈਟਲ ਹੈਗਾ ਏ, ਦੁਨੀਆ ਦਾ ਤੀਜਾ ਸਭ ਤੋਂ ਅਮੀਰ ਬੰਦਾ ਕਿਵੇਂ ਕਾਰਪੋਰੇਟ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਕਰ ਰਿਹਾ ਏ। ਹਾਊ ਦੀ ਵਰਲਡਸ ਥਰਡ ਰਿਚੈਸਟ ਮੈਨ ਇਜ਼ ਪੁਲਿੰਗ ਦੀ ਲਾਰਜੈਸਟ ਕੌਨ ਇਨ ਕਾਰਪੋਰੇਟ ਹਿਸਟਰੀ। ਇਹ ਰਿਪੋਰਟ ਉਹ ਕਹਿੰਦੇ ਕਿ ਅਸੀਂ 2 ਸਾਲਾਂ ਦੀ ਡੀਪ ਐਨਾਲਿਸਿਸ ਤੇ ਰਿਸਰਚ ਕਰਕੇ ਬਣਾਈ ਆ, ਤੇ ਜਿੱਥੇ ਵੀ ਅਡਾਨੀ ਗਰੁੱਪ ਦਾ ਕੋਈ ਵੀ ਲਿੰਕ ਜਾਂ ਕੋਈ ਵੀ ਬਿਜ਼ਨਸ ਸੀ, ਉਸ ਜਗ੍ਹਾ ਤੇ ਟਰੈਵਲ ਕਰਕੇ ਇਹ ਰਿਪੋਰਟ ਜਿਹੜੀ ਤਿਆਰ ਕੀਤੀ ਗਈ ਆ। ਤੇ ਇਸ ਰਿਪੋਰਟ ਦਾ ਇਫੈਕਟ ਆਪਾਂ ਇੱਥੋਂ ਹੀ ਦੇਖ ਸਕਦੇ ਹਾਂ ਕਿ 24 ਜਨਵਰੀ ਨੂੰ ਇਹ ਜਿਹੜੀ ਰਿਪੋਰਟ ਪਬਲਿਸ਼ ਹੋਈ ਸੀਗੀ। 24 ਜਨਵਰੀ ਨੂੰ ਜਿਹੜੇ ਅਡਾਨੀ ਸਾਹਿਬ ਆ ਵਰਲਡ ਦੇ ਤੀਜੇ ਸਭ ਤੋਂ ਅਮੀਰ ਇਨਸਾਨ ਸੀ। ਅੱਜ 5 ਫਰਵਰੀ ਨੂੰ ਮੈਂ ਵੀਡੀਓ ਬਣਾ ਰਿਹਾ ਤੇ ਅੱਜ ਉਹ 17ਵੇਂ ਨੰਬਰ ਤੇ ਨੇ। ਤੇ 24 ਜਨਵਰੀ ਤੋਂ ਲੈ ਕੇ ਅੱਜ 4 ਫਰਵਰੀ 2023 ਤੱਕ ਅਡਾਨੀ ਗਰੁੱਪ ਨੂੰ 10 ਲੱਖ ਕਰੋੜ ਦਾ ਨੁਕਸਾਨ ਹੋ ਗਿਆ ਏ। 10 ਲੱਖ ਕਰੋੜ ਦਾ। ਸਾਰੀ ਰਿਪੋਰਟ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ, ਪਰ ਆਪਾਂ ਇਸ ਵੀਡੀਓ ਵਿੱਚ ਜਿਹੜੇ ਮੇਨ ਨੁਕਤੇ 3-4 ਨੁਕਤੇ ਹੈਗੇ ਉਹਨਾਂ ਉੱਤੇ ਗੱਲ ਕਰਾਂਗੇ। ਜਿਹਦੇ ਵਿੱਚ ਪਹਿਲੀ ਚੀਜ਼ ਉਹਨਾਂ ਨੇ ਕਹੀ ਆ ਸਟਾਕ ਮੈਨੂਪੂਲੇਸ਼ਨ। ਅਡਾਨੀ ਐਂਟਰਪ੍ਰਾਈਜ਼ ਦੀ ਗੱਲ ਕਰੀਏ ਤਾਂ 2 ਮਾਰਚ 2020 ਨੂੰ ਇਸ ਸ਼ੇਅਰ ਨੇ 226 ਦੀ ਹਾਈ ਟੱਚ ਕੀਤੀ ਸੀ, ਮਤਲਬ ਉਸ ਦਿਨ ਨੂੰ 226 ਤੱਕ ਹਾਈਐਸਟ ਗਿਆ ਸੀ। ਤੇ ਜਦੋਂ ਆਪਾਂ 2 ਨਵੰਬਰ 2022 ਤੇ ਆਉਂਦੇ ਆ ਤਾਂ ਉਹ ਜਿਹੜਾ ਅਡਾਨੀ ਐਂਟਰਪ੍ਰਾਈਜ਼ ਦਾ ਇੱਕ ਸ਼ੇਅਰ ਸੀ, ਉਸ ਦਿਨ ਉਸਨੇ 3625 ਰੁਪਏ ਦੀ ਹਾਈ ਟੱਚ ਕੀਤੀ ਸੀ। ਮਤਲਬ ਕਿ ਲਗਭਗ 2.5 ਸਾਲਾਂ ਦੇ ਵਿੱਚ 1503.98% ਦੀ ਗਰੋਥ ਕੀਤੀ ਆ। ਮਤਲਬ ਛੋਟੀ ਮੋਟੀ ਗਰੋਥ ਨਹੀਂ, ਇਹ ਬਹੁਤ ਤਗੜੀ ਗਰੋਥ ਕੀਤੀ ਆ। ਇਹੋ ਜਿਹਾ ਕਿਹੜਾ ਰੈਵੋਲੂਸ਼ਨਰੀ ਪ੍ਰੋਡਕਟ ਇਹਨਾਂ ਨੇ ਲਾਂਚ ਕਰਤਾ ਜਾਂ ਕੰਮ ਕਰਤਾ ਕਿ ਇੰਨੇ ਥੋੜੇ ਸਮੇਂ ਵਿੱਚ ਇਹਨਾਂ ਦੀ ਜਿਹੜੀ ਗਰੋਥ ਆ ਉਹ 1500% ਤੱਕ ਹੋ ਗਈ। ਉਹ ਵੀ ਉਦੋਂ ਜਦੋਂ ਕਰੋਨਾ ਕਾਲ ਚੱਲ ਰਿਹਾ ਸੀ, ਦੁਨੀਆ ਦੇ ਵਿੱਚ ਲੋਕਾਂ ਨੂੰ ਰੋਟੀ ਕਮਾਉਣ ਦਾ ਔਖਾ ਹੋਇਆ ਪਿਆ ਸੀਗਾ, ਬਿਜ਼ਨਸ ਲਗਭਗ ਠੱਪ ਹੋਏ ਪਏ ਸੀਗੇ, ਦੁਨੀਆ ਵਿੱਚ ਰਿਸੈਸ਼ਨ ਆਉਣ ਦੀਆਂ ਖਬਰਾਂ ਆ ਰਹੀਆਂ ਸੀਗੀਆਂ, ਇੰਨਾ ਬੁਰਾ ਹਾਲ ਹੋਇਆ ਪਿਆ ਸੀ। ਇਹਨਾਂ ਨੇ ਇਹੋ ਜਿਹਾ ਕੀ ਕਰਤਾ ਯਾਰ, ਜਿਹੜੇ ਐਡੇ ਤਕੜੇ ਰਿਟਰਨ ਇਹ ਆਪਦੇ ਇਨਵੈਸਟਰਸ ਨੂੰ ਦੇਈ ਜਾ ਰਹੇ ਆ। ਤੇ ਇਹ ਸਿਰਫ ਅਡਾਨੀ ਐਂਟਰਪ੍ਰਾਈਜ਼ ਦੇ ਨਹੀਂ, ਇਸ ਰਿਪੋਰਟ ਦੇ ਵਿੱਚ ਇੱਕ ਚਾਰਟ ਦਿੱਤਾ ਏ, ਇਹਦੇ ਵਿੱਚ ਦੱਸਿਆ ਕਿ 1 ਸਾਲ ਵਿੱਚ ਅਡਾਨੀ ਗਰੁੱਪ ਦੀਆਂ ਵੱਖਰੀਆਂ ਕੰਪਨੀਆਂ ਨੇ ਕਿੰਨਾ ਗਰੋਥ ਕੀਤਾ ਤੇ 3 ਸਾਲਾਂ ਵਿੱਚ ਕਿੰਨਾ ਗਰੋਥ ਕੀਤਾ। ਦੇਖੋ ਹੁਣ ਕਈ ਜਣੇ ਕਹਿ ਸਕਦੇ ਕਿ ਯਾਰ ਇਹ 'ਚ ਕਿਹੜੀ ਗੱਲ ਆ, ਡਿਮਾਂਡ ਐਂਡ ਸਪਲਾਈ ਦੀ ਖੇਡ ਹੁੰਦੀ ਆ ਸਟਾਕ ਮਾਰਕੀਟ। ਕਿਸੇ ਚੀਜ਼ ਦੀ ਡਿਮਾਂਡ ਜ਼ਿਆਦਾ ਹੋ ਜਾਵੇ ਤਾਂ ਉਹਦੀ ਜਿਹੜੀ ਪ੍ਰਾਈਸ ਆ ਉਹ ਵਧਣਾ ਹੀ ਵਧਣਾ ਏ। ਠੀਕ ਆ, ਮੰਨ ਗਏ, ਪਰ ਫਿਰ ਇਹੀ ਗੱਲ ਆਉਂਦੀ ਕਿ ਇਹੋ ਜਿਹਾ ਕੀ ਕਰਤਾ ਇਸ ਕੰਪਨੀ ਨੇ ਜਿਹਦੇ ਕਰਕੇ ਇਹਦੀ ਡਿਮਾਂਡ ਇੰਨੀ ਹੀ ਜ਼ਿਆਦਾ ਹੋ ਗਈ ਕਿ ਲੋਕ ਸਾਰਾ ਕੁਝ ਛੱਡ ਕੇ, ਸਾਰੀ ਮਾਰਕੀਟ ਛੱਡ ਕੇ ਇਹਦੇ ਮਗਰ ਹੀ ਪੈ ਗਏ ਤੇ ਇਹਨੂੰ 1500% ਤੱਕ ਦਾ ਇਹਨੇ ਰਿਟਰਨ ਦਿੱਤਾ। ਇਹੋ ਜਿਹੀ ਕਿਹੜੀ ਗੱਲ ਹੋ ਗਈ। ਤਾਂ ਜਿਹੜੀ ਰਿਪੋਰਟ ਆ ਉਹ ਇਹ ਕਹਿੰਦੀ ਕਿ ਇਹਨਾਂ ਨੇ ਆਰਟੀਫਿਸ਼ੀਅਲ ਡਿਮਾਂਡ ਪੈਦਾ ਕੀਤੀ। ਹੁਣ ਉਹ ਕਿਵੇਂ? ਕਿਉਂਕਿ ਜੇ ਕਿਸੇ ਕੰਪਨੀ ਦੇ ਜਿਹੜੇ ਪ੍ਰਮੋਟਰ ਉਹਨਾਂ ਕੋਲ ਜ਼ਿਆਦਾ ਹੋਲਡਿੰਗ ਹੋਵੇ ਨਾ, ਤਾਂ ਉਹਦੀ ਜਿਹੜੀ ਡਿਮਾਂਡ ਤੇ ਸਪਲਾਈ ਉਹਨੂੰ ਮੈਨੂਪੂਲੇਟ ਕਰ ਸਕਦੇ ਆ। ਇਸ ਲਈ ਸੇਬੀ ਦਾ ਇਹ ਰੂਲ ਆ ਕਿ ਕੋਈ ਵੀ ਕੰਪਨੀ ਜਿਹੜੀ ਸਟਾਕ ਮਾਰਕੀਟ ਵਿੱਚ ਲਿਸਟ ਹੋਊਗੀ, ਉਹਦੇ ਜਿਹੜੇ ਪ੍ਰਮੋਟਰ ਭਾਵ ਮਾਲਕ, ਉਸ ਕੰਪਨੀ ਦਾ 75% ਤੋਂ ਵੱਧ ਜਿਹੜੀ ਹੈਗੀ ਹੋਲਡਿੰਗ ਨਹੀਂ ਰੱਖ ਸਕਣਗੇ। ਆਮ ਤੌਰ ਤੇ ਕੰਪਨੀਆਂ ਦੇ ਕੋਲੇ 40 ਤੋਂ 50% ਲਗਭਗ ਇੱਥੇ ਜੇ, ਮਤਲਬ ਅੰਕੜੇ ਇੱਧਰ ਉੱਧਰ ਹੋ ਸਕਦੇ ਆ, ਵੀ ਇੰਨੀ ਕੁ ਹੋਲਡਿੰਗ ਜਿਹੜੇ ਹੈਗੇ ਪ੍ਰਮੋਟਰ ਆਪਦੇ ਕੋਲੇ ਰੱਖਦੇ ਆ। ਪਰ ਹੁਣ ਜੇ ਗੱਲ ਕਰੀਏ ਨਾ ਅਡਾਨੀ ਗਰੁੱਪ ਦੀ ਇੱਕ ਕੰਪਨੀ ਅਡਾਨੀ ਟਰਾਂਸਮਿਸ਼ਨ ਦੀ, ਇਹਦੇ ਵਿੱਚ ਜਿਹੜੀ ਪ੍ਰਮੋਟਰ ਹੋਲਡਿੰਗ 75% ਦੇ ਕਰੀਬ ਹੋ ਚੁੱਕੀ ਆ। ਤੇ ਜਿਹੜੀ ਬਾਕੀ ਹੋਲਡਿੰਗ ਆ ਉਹ UAE ਤੇ ਮੌਰੀਸ਼ੀਅਸ ਦੀਆਂ ਕੁਝ ਕੰਪਨੀਆਂ ਜਿਹੜੀਆਂ ਉਹਨਾਂ ਨੇ ਖੁਦ ਦੀਆਂ ਬਣਾਈਆਂ ਹੋਈਆਂ ਉਹਨਾਂ ਦੇ ਕੋਲ ਆ। ਮਤਲਬ ਇਸ ਤਰੀਕੇ ਨਾਲ ਉਹ 75% ਤੋਂ ਜ਼ਿਆਦਾ ਜਿਹੜੀ ਹੋਲਡਿੰਗ ਆਪਦੇ ਕੋਲ ਰੱਖੀ ਬੈਠੇ ਆ, ਜਿਹਦੇ ਕਰਕੇ ਉਹਨਾਂ ਨੂੰ ਡਿਮਾਂਡ ਤੇ ਸਪਲਾਈ ਨੂੰ ਜਿਹੜਾ ਮੈਨੂਪੂਲੇਟ ਕਰਨਾ ਬਹੁਤ ਆਸਾਨ ਹੋ ਜਾਂਦਾ ਏ ਤੇ ਉਹ ਆਪਦੇ ਜਿਹੜੇ ਸ਼ੇਅਰ ਆ ਉਹਨਾਂ ਦੀ ਫੇਕ ਡਿਮਾਂਡ ਪੈਦਾ ਕਰ ਸਕਦੇ ਆ। ਇਸੇ ਦੇ ਨਾਲ ਹੀ ਰਲਦਾ ਜਿਹੜਾ ਦੂਜਾ ਐਲੀਗੇਸ਼ਨ ਆ ਉਹ ਹੈਗਾ ਫੈਮਿਲੀ ਇੰਪਾਇਰ। ਜਿਵੇਂ ਗੌਤਮ ਅਡਾਨੀ ਦੇ ਵੱਡੇ ਭਰਾ ਨੇ ਵਿਨੋਦ ਅਡਾਨੀ, ਉਹ ਸਾਈਪਰਸ ਦੇ ਸਿਟੀਜ਼ਨ ਨੇ ਤੇ ਦੁਬਈ ਤੇ ਸਿੰਗਾਪੁਰ ਵਿੱਚ ਰਹਿੰਦੇ ਆ।
ਤੇ 10 ਤੋਂ ਜ਼ਿਆਦਾ ਕੰਪਨੀਆਂ ਤੇ ਟਰਸਟ ਦੇ ਡਾਇਰੈਕਟਰ ਆ ਜੋ ਕਈ ਦੇਸ਼ਾਂ ਵਿੱਚ ਰਜਿਸਟਰ ਨੇ, ਜਿਵੇਂ ਮੌਰੀਸ਼ੀਅਸ ਹੋ ਗਈ ਜਾਂ ਕੇਮਨ ਆਈਲੈਂਡ। ਤੇ ਇਹਨਾਂ ਦੇਸ਼ਾਂ ਵਿੱਚ ਕੰਪਨੀ ਰਜਿਸਟਰ ਕਰਾਉਣ ਦੇ ਬਹੁਤ ਸਾਰੇ ਟੈਕਸ ਬੈਨੀਫਿਟ ਮਿਲਦੇ ਆ। ਹੁਣ ਅਡਾਨੀ ਗਰੁੱਪ ਆ ਉਹ ਤਾਂ ਕਹਿੰਦਾ ਹੈ ਕਿ ਯਾਰ ਜਿਹੜਾ ਵਿਨੋਦ ਅਡਾਨੀ ਆ ਉਹਦਾ ਸਾਡੀ ਕੰਪਨੀ ਦੇ ਵਿੱਚ ਕੋਈ ਫਾਰਮਲ ਪੋਜੀਸ਼ਨ ਹੈ ਨਹੀਂਗੀ, ਪਰ ਹਿੰਡਨਬਰਗ ਰਿਪੋਰਟ ਕਹਿੰਦੀ ਹੈ ਕਿ ਮੌਰੀਸ਼ੀਅਸ ਦੇ ਵਿੱਚ 38 ਇਹੋ ਜਿਹੀਆਂ ਕੰਪਨੀਆਂ ਜਿਨ੍ਹਾਂ ਨੂੰ ਜਿਹੜਾ ਕੀ ਆ ਵਿਨੋਦ ਅਡਾਨੀ ਚਲਾਉਂਦਾ ਏ, ਤੇ ਉਹਨਾਂ ਕੰਪਨੀਆਂ ਦਾ ਮਕਸਦ ਇੱਕੋ ਇੱਕ ਹੀ ਆ ਕਿ ਅਡਾਨੀ ਗਰੁੱਪ ਦੇ ਵਿੱਚ ਇਨਵੈਸਟ ਕਰਨਾ ਤੇ ਉਹਦੇ ਵਿੱਚ ਪੈਸੇ ਨੂੰ ਸਰਕਲ ਕਰੀ ਜਾਣਾ। ਤੇ ਇਹ ਜਿਹੜੀਆਂ 38 ਕੰਪਨੀਆਂ ਇਹ ਸ਼ੈਲ ਕੰਪਨੀਆਂ ਨੇ। ਸ਼ੈਲ ਕੰਪਨੀ ਉਹ ਹੁੰਦੀ ਕਿ ਜਿਹੜੀ ਕੰਪਨੀ ਦਾ ਕੋਈ ਇਨਫਰਾਸਟ੍ਰਕਚਰ ਨਹੀਂ ਹੁੰਦਾਗਾ, ਬਸ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਦਿਖਾਈ ਗਈ ਆ। ਇਹੋ ਜਿਹੀ ਕੰਪਨੀ ਕਿਸੇ ਖਾਸ ਮਕਸਦ ਜਿਵੇਂ ਕਿ ਟੈਕਸ ਨੂੰ ਬਚਾਉਣ ਲਈ ਜਾਂ ਕਿਸੇ ਮਨੀ ਲਾਂਡਰਿੰਗ ਲਈ ਜਾਂ ਵੈਸੇ ਇੱਦਾਂ ਟ੍ਰਾਂਜੈਕਸ਼ਨਸ ਘੁਮਾਉਣ ਲਈ ਬਣਾਈ ਜਾਂਦੀ ਆ, ਹੋਰ ਇਸ ਕੰਪਨੀ ਦਾ ਕੋਈ ਮਤਲਬ ਨਹੀਂ ਹੁੰਦਾ। ਤਾਂ ਰਿਪੋਰਟ ਨੇ ਇਹੀ ਕਿਹਾ ਕਿ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਇਹ ਵਿਨੋਦ ਅਡਾਨੀ ਦੁਆਰਾ ਚਲਾਈਆਂ ਜਾਂਦੀਆਂ ਏ, ਜਿਹੜੀਆਂ ਕਿ ਇੱਥੇ ਇੰਡੀਆ ਦੇ ਅਡਾਨੀ ਗਰੁੱਪ ਨੂੰ ਬੈਨੀਫਿਟ ਪਹੁੰਚਾਉਂਦੀਆਂ ਏ। ਹੁਣ ਹਿੰਡਨਬਰਗ ਦੀ ਰਿਪੋਰਟ ਕਹਿੰਦੀ ਆ ਕਿ ਜਿਹੜੀਆਂ ਉਹ 38 ਕੰਪਨੀਆਂ ਉਹਨਾਂ ਵਿੱਚੋਂ ਇੱਕ ਹੈਗੀ ਆ ਇਲਾਰਾ ਕੈਪੀਟਲ, ਜਿਹਦਾ ਹੋਰ ਕੋਈ ਕੰਮ ਨਹੀਂ, ਬਸ ਅਡਾਨੀ ਗਰੁੱਪ ਦੇ ਵਿੱਚ ਰਾਊਂਡ ਟ੍ਰਿਪ ਟ੍ਰੇਡਿੰਗ ਕਰਨਾ ਏ। ਰਾਊਂਡ ਟ੍ਰਿਪ ਟ੍ਰੇਡਿੰਗ ਕੀ ਹੁੰਦੀ ਆ ਕਿ ਇਸ ਕੰਪਨੀ A ਤੋਂ ਕੰਪਨੀ B ਦੇ ਵਿੱਚ ਟ੍ਰੇਡਿੰਗ ਕਰ ਲੈਣੀ, ਸ਼ੇਅਰ ਖਰੀਦ ਲਏ, ਫਿਰ ਉੱਥੋਂ ਹੀ ਫਿਰ ਵੇਚਦੇ ਨੇ, ਸ਼ੇਅਰ ਖਰੀਦ ਲੈਣੇ ਵੇਚ ਲੈਣੇ, ਇੱਦਾਂ ਸਰਕਲ ਹੁੰਦਾ ਰਹਿੰਦਾ ਏ। ਉਹਦੇ ਨਾਲ ਕੀ ਹੈ ਜਿਹੜੀ ਡਿਮਾਂਡ ਆ ਉਹ ਮੈਨੂਪਲੇਟ ਹੁੰਦੀ ਰਹਿੰਦੀ ਆ, ਪਰ ਉਹ ਇਹ ਨਹੀਂ ਕਿ ਬਹੁਤ ਸਾਰੇ ਲੋਕ ਉਹਦੇ ਵਿੱਚ ਟ੍ਰੇਡਿੰਗ ਕਰ ਰਹੇ ਆ, ਬਲਕਿ ਇੱਕੋ ਹੀ ਇੰਡੀਵਿਜੂਅਲ ਜਾਂ ਇੱਕੋ ਹੀ ਆਰਗੇਨਾਈਜੇਸ਼ਨ ਆ ਜਿਹੜੀ ਵਾਰ-ਵਾਰ ਟ੍ਰਾਂਜੈਕਸ਼ਨਾਂ ਘੁਮਾਈ ਜਾਂਦੀ, ਜਿਹਦੇ ਨਾਲ ਜਿਹੜੀ ਹੈਗੀ ਆ ਸਟਾਕ ਮੈਨੂਪੂਲੇਸ਼ਨ ਹੁੰਦੀ ਰਹਿੰਦੀ ਆ। ਹਿੰਡਨਬਰਗ ਦੀ ਰਿਪੋਰਟ ਨੇ ਤੀਜਾ ਐਲੀਗੇਸ਼ਨ ਲਾਇਆ ਹੈ ਡੈਟ, ਭਾਵ ਕਰਜ਼ਾ। ਦੇਖੋ ਕੋਈ ਵੀ ਬਿਜ਼ਨਸ ਉਹਨੂੰ ਗਰੋ ਕਰਨਾ ਨਾ, ਉਹਦੇ ਲਈ ਚਾਹੀਦਾ ਪੈਸਾ, ਤੇ ਪੈਸੇ ਦਾ ਸਭ ਤੋਂ ਵੱਡਾ ਸੋਰਸ ਹੁੰਦੀਆਂ ਬੈਂਕਾਂ। ਤੇ ਬੈਂਕਾਂ ਤੋਂ ਕਰਜ਼ਾ ਲੈਣ ਦੇ ਲਈ ਇੱਕ ਚੀਜ਼ ਜਿਹੜੀ ਬਹੁਤ ਕਾਮਨ ਹੁੰਦੀ ਆ ਉਹ ਹੁੰਦੀ ਆ ਆਪਣੇ ਜਿਹੜੇ ਸ਼ੇਅਰ ਆ ਉਹਨਾਂ ਨੂੰ ਪਲੈਜ ਕਰਨਾ। ਹੁਣ ਸ਼ੇਅਰ ਪਲੈਜ ਜੇ ਕਰਨਾ ਏ ਤਾਂ ਜਿੰਨੀ ਵੈਲਿਊ ਹੋਊਗੀ ਸ਼ੇਅਰਾਂ ਦੀ ਉਨੇ ਹੀ ਪੈਸੇ ਮਿਲਣਗੇ। ਜੇ ਤੁਹਾਡੇ ਸ਼ੇਅਰਾਂ ਦੀ ਵੈਲਿਊ ਫੋਰ ਐਗਜ਼ਾਮਪਲ 1 ਲੱਖ ਰੁਪਈਆ ਤਾਂ ਤੁਹਾਨੂੰ 1 ਲੱਖ ਹੀ ਮਿਲੂਗਾ। ਪਰ ਕੀ ਹੋਵੇ ਜੇ ਆਪਾਂ ਸ਼ੇਅਰਾਂ ਦੀ ਵੈਲਿਊ ਨੂੰ ਹੀ ਵਧਾ ਦਈਏ, ਸ਼ੇਅਰ ਓਨੇ ਹੀ ਆ ਪਰ ਜਿਹੜੀ 1 ਲੱਖ ਦੀ ਕੀਮਤ ਉਹਨੂੰ 2 ਲੱਖ ਕਰ ਦਈਏ, ਉਹਦੇ ਲਈ ਕੀ ਕਰਨਾ ਪਊਗਾ ਕਿ ਜਿਹੜੀ ਜਿਵੇਂ ਪਿਛਲੇ ਆਪਣੇ ਸੈਗਮੈਂਟਸ ਵਿੱਚ ਗੱਲ ਕੀਤੀ ਆ ਕਿ ਉਹਦੇ ਲਈ ਆਪਾਂ ਨੂੰ ਸ਼ੇਅਰਾਂ ਨੂੰ ਮੈਨੂਪਲੇਟ ਕਰਨਾ ਪਊਗਾ। ਹੁਣ ਇੱਥੇ ਕੀ ਹੋਇਆ ਏ ਕਿ ਅਡਾਨੀ ਗਰੁੱਪ ਦੇ ਵਿੱਚ LIC ਤੇ SBI ਨੇ ਬਹੁਤ ਜ਼ਿਆਦਾ ਹੈਵਲੀ ਇਨਵੈਸਟ ਕੀਤਾ ਹੋਇਆ ਹੈ। LIC ਨੇ ਅਡਾਨੀ ਗਰੁੱਪ ਵਿੱਚ 30,127 ਕਰੋੜ ਜਿਹੜਾ ਹੈਗਾ ਹੁਣ ਤੱਕ ਇਨਵੈਸਟ ਕੀਤਾ ਹੋਇਆ ਹੈ ਤੇ 27 ਜਨਵਰੀ 2022 ਤੱਕ ਇਹਦੀ ਜਿਹੜੀ ਕੀਮਤ ਆ 56,122 ਕਰੋੜ ਹੋ ਚੁੱਕੀ ਆ। ਇਸੇ ਤਰ੍ਹਾਂ SBI ਮਿਊਚੁਅਲ ਫੰਡ ਆ ਜਿਹੜਾ ਉਹਦੇ 6,142 ਕਰੋੜ ਇਨਵੈਸਟ ਕੀਤੇ ਹੋਏ ਨੇ ਅਡਾਨੀ ਗਰੁੱਪ ਦੀਆਂ ਅਲੱਗ-ਅਲੱਗ ਕੰਪਨੀਆਂ ਵਿੱਚ, ਤੇ ਇਹ ਸਿਰਫ ਇਨਵੈਸਟਡ ਅਮਾਊਂਟ ਆ ਨਾ ਕਿ ਲੋਨ ਅਮਾਊਂਟ। ਤੇ ਇਹੋ ਜਿਹੀਆਂ ਜਿਹੜੀਆਂ ਵੱਡੀਆਂ ਤੇ ਪਬਲਿਕ ਕੰਪਨੀਆਂ ਸਰਕਾਰੀ ਸੰਸਥਾਵਾਂ ਦੇ ਇਨਵੈਸਟ ਕਰਨ ਨਾਲ ਜਿਹੜੀ ਕੰਪਨੀ ਆ ਉਹਦੀ ਜਿਹੜੀ ਵੈਲਿਊਏਸ਼ਨ ਆ ਉਹ ਵੱਧ ਜਾਂਦੀ ਆ। ਵੈਲਿਊਏਸ਼ਨ ਵੱਧ ਗਈ ਤਾਂ ਜਿਹੜਾ ਸ਼ੇਅਰ ਦਾ ਪ੍ਰਾਈਸ ਆ ਉਹ ਵੀ ਵੱਧ ਗਿਆ। ਸ਼ੇਅਰ ਦਾ ਪ੍ਰਾਈਸ ਜਦੋਂ ਵੱਧ ਗਿਆ ਤਾਂ ਜਦੋਂ ਕਿਸੇ ਪ੍ਰਮੋਟਰ ਨੇ ਸ਼ੇਅਰ ਪਲੈਜ ਕਰਨੇ ਆ ਤਾਂ ਸ਼ੇਅਰ ਦਾ ਪ੍ਰਾਈਸ ਵੱਧ ਹੋਊਗਾ, ਉਹਦੇ ਨਾਲ ਉਹਨੂੰ ਜਿਹੜਾ ਲੋਨ ਆ ਉਹ ਵੀ ਵੱਧ ਮਿਲ ਜਾਊਗਾ। ਹੁਣ ਜਿਹੜਾ ਅਡਾਨੀ ਗਰੁੱਪ ਆ ਉਹਦੇ ਉੱਤੇ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਏ। ਹੁਣ ਜਿਵੇਂ ਆਮ ਨਾਰਮਲ ਬੰਦੇ ਤੇ ਵਿਆਜ ਲੱਗਦਾ ਜਿਵੇਂ 10 ਜਾਂ 12% ਜਿੰਨਾ ਵੀ ਵਿਆਜ ਲੱਗਦਾ ਆ, ਜੇ ਇੰਨਾ ਵਿਆਜ ਲੱਗੇ ਅਡਾਨੀ ਗਰੁੱਪ ਤੇ ਉਹਦਾ ਜਿਹੜਾ ਵਿਆਜ ਬਣਦਾ ਨਾ, ਕਈ ਕੰਪਨੀਆਂ ਤਾਂ ਅਡਾਨੀ ਦੀਆਂ ਇਹੋ ਜਿਹੀਆਂ ਜਿਨ੍ਹਾਂ ਦਾ ਪ੍ਰੋਫਿਟ ਵੀ ਉਨਾ ਹੈ ਨਹੀਂਗਾ ਕਿ ਉਹ ਉਸ ਵਿਆਜ ਨੂੰ ਹੀ ਰੀਪੇ ਕਰ ਸਕਣ। ਇਹਨੂੰ ਸਮਝਾਉਣ ਲਈ ਹਿੰਡਨਬਰਗ ਨੇ ਇੱਕ ਹੋਰ ਬਹੁਤ ਵਧੀਆ ਚੀਜ਼ ਦੱਸੀ ਆ, ਉਹਨੂੰ ਬੋਲਦੇ ਆ ਕਰੰਟ ਰੇਸ਼ੋ। ਦੇਖੋ ਕਿਸੇ ਵੀ ਕੰਪਨੀ ਦੀ ਜਿਹੜੀ ਆਰਥਿਕ ਹਾਲਤ ਪਤਾ ਕਰਨੀ ਆ ਕਿਹੋ ਜਿਹੀ ਕਿੰਨੇ ਕੁ ਪਾਣੀ ਵਿੱਚ ਉਹ ਕੰਪਨੀ, ਤਾਂ ਉਹਦਾ ਇੱਕ ਸੌਖਾ ਤਰੀਕਾ ਇਹ ਆ ਕਿ ਤੁਸੀਂ ਉਹਦੀ ਕਰੰਟ ਰੇਸ਼ੋ ਪਤਾ ਕਰ ਲਓ। ਕਰੰਟ ਰੇਸ਼ੋ ਕੀ ਹੁੰਦੀ ਆ, ਕਿਸੇ ਕੰਪਨੀ ਦੇ ਜਿਹੜੇ ਮੌਜੂਦਾ ਐਸੈਟ ਹੈਗੇ ਨੇ ਉਹਦੇ ਵਿੱਚੋਂ ਜਿਹੜੀਆਂ ਮੌਜੂਦਾ ਉਹਦੀਆਂ ਲਾਇਬਿਲਿਟੀਜ਼ ਹੈਗਾ ਉਹਨਾਂ ਨੂੰ ਡਿਵਾਈਡ ਕਰ ਦਿਓ, ਤਾਂ ਜੋ ਵੀ ਜਿਹੜਾ ਆਨਸਰ ਆਊਗਾ ਉਹ ਕਰੰਟ ਰੇਸ਼ੋ ਹੋਊਗਾ। ਹੁਣ ਜੇ ਕਰੰਟ ਰੇਸ਼ੋ 1 ਤੋਂ ਘੱਟ ਆ, ਇਹਦਾ ਮਤਲਬ ਇਹ ਆ ਕਿ ਜਿਹੜੇ ਵੀ ਸੰਸਥਾ ਤੋਂ ਉਹਨੇ ਲੋਨ ਲਿਆ ਏ, ਜੇ ਉਹ ਸੰਸਥਾ ਕਹਿ ਦੇਵੇ ਕਿ ਭਾਈ ਮੇਰਾ ਅੱਜ ਕਰਜ਼ਾ ਮੋੜ, ਤਾਂ ਜੇ ਉਹ ਆਪਦੇ ਸਾਰੇ ਐਸੈਟ ਵਿੱਚੋਂ ਲਾਇਬਿਲਿਟੀ ਘਟਾ ਕੇ ਜਿੰਨੇ ਐਸੈਟ ਬਚਦੇ ਆ ਸਾਰੇ ਵੀ ਵੇਚ ਦੇਵੇ ਤਾਂ ਵੀ ਨਹੀਂ ਆਪਦਾ ਜਿਹੜਾ ਕਰਜ਼ਾ ਵਾਪਸ ਕਰ ਸਕਦੀ। ਹਿੰਡਨਬਰਗ ਨੇ ਆਪਣੀ ਰਿਪੋਰਟ ਦੇ ਵਿੱਚ ਇੱਕ ਇਹ ਚਾਰਟ ਪੇਸ਼ ਕੀਤਾ ਏ ਜਿਹਦੇ ਵਿੱਚ ਅਡਾਨੀ ਗਰੁੱਪ ਦੀਆਂ 5 ਕੰਪਨੀਆਂ ਏ, ਅਡਾਨੀ ਗ੍ਰੀਨ, ਅਡਾਨੀ ਪਾਵਰ, ਅਡਾਨੀ ਗੈਸ, ਅਡਾਨੀ ਟਰਾਂਸਮਿਸ਼ਨ, ਅਡਾਨੀ ਐਂਟਰਪ੍ਰਾਈਜ਼। ਇਹਨਾਂ ਦਾ ਜਿਹੜਾ ਕਰੰਟ ਰੇਸ਼ੋ ਆ ਨਾ ਉਹ 1 ਤੋਂ ਵੀ ਘੱਟ ਆ। ਮਤਲਬ ਅੱਜ ਇਹ ਕੰਪਨੀਆਂ ਦੀ ਹਾਲਤ ਇਹੋ ਜਿਹੀ ਆ ਕਿ ਸਾਰਾ ਕੁਝ ਵੇਚ ਕੇ ਵੀ ਨਾ ਆਪਦਾ ਜਿਹੜਾ ਕਰਜ਼ਾ ਏ ਉਹ ਮੋੜਨ ਦੀ ਵੀ ਹਾਲਤ ਵਿੱਚ ਨਹੀਂ ਹੈਗਾ, ਐਡੀ ਖਸਤਾ ਹਾਲਤ ਹੈ ਇਹਨਾਂ ਕੰਪਨੀਆਂ ਦੀ। ਚੌਥਾ ਤੇ ਬਹੁਤ ਵੱਡਾ ਇਲਜ਼ਾਮ ਆ ਉਹ ਹੈਗਾ ਗਵਰਨਮੈਂਟ ਸਪੋਰਟ। ਰਿਪੋਰਟ ਕਹਿੰਦੀ ਆ ਕਿ ਅਡਾਨੀ ਗਰੁੱਪ ਜਿਹੜਾ ਹੈਗਾ ਨਾ ਉਹ ਕਰਪਸ਼ਨ ਤੇ ਮਨੀ ਲਾਂਡਰਿੰਗ ਵਰਗੇ ਜਿਹੜੇ ਹੈਗੇ ਮਸਲੇ ਉਹਨਾਂ ਵਿੱਚ ਇਨਵੋਲਵ ਹੋਇਆ ਏ, ਜਿਹਦੇ ਕਰਕੇ ਇਹਨੂੰ 17 ਬਿਲੀਅਨ ਦਾ ਪ੍ਰੋਫਿਟ ਹੋਇਆ ਏ, ਪਰ ਇਹਦੇ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਅਡਾਨੀ ਪਾਵਰ ਉੱਤੇ $4.4 ਬਿਲੀਅਨ ਦੇ ਕੋਲ ਸਕੈਂਡਲ ਦੀ ਇਨਵੈਸਟੀਗੇਸ਼ਨ ਚੱਲਦੀ ਸੀ,
ਜਿਹਨੂੰ ਬਾਅਦ ਵਿੱਚ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੇ ਬੰਦ ਕਰਾ ਦਿੱਤਾ। ਇਸ ਤੋਂ ਇਲਾਵਾ ਗੌਤਮ ਅਡਾਨੀ ਦਾ ਛੋਟਾ ਭਰਾ ਹੈ ਰਾਜੇਸ਼ ਅਡਾਨੀ, ਜਿਹਦੇ ਉੱਤੇ ਡਾਇਮੰਡ ਟ੍ਰੇਡਿੰਗ ਸੰਬੰਧੀ ਬੜੇ ਇਲਜ਼ਾਮ ਲੱਗੇ ਤੇ 2 ਵਾਰ ਉਹ ਅਰੈਸਟ ਵੀ ਹੋਇਆ, ਪਰ ਉਸ ਦੀ ਵਾਲੀ ਕੋਈ ਕਾਰਵਾਈ ਹੋਈ ਨਹੀਂ। ਤੇ ਸਮੇਂ-ਸਮੇਂ ਤੇ ਇਸ ਗਰੁੱਪ ਤੇ ਸਰਕਾਰ ਜਾਂ ਸਰਕਾਰ ਦੇ ਵਿੱਚ ਜਿਹੜੇ ਵੱਡੇ ਪੱਧਰ ਤੇ ਨੁਮਾਇੰਦੇ ਉਹਨਾਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲੱਗਦੇ ਰਹਿੰਦੇ ਆ। ਹੁਣ ਹਿੰਡਨਬਰਗ ਦੀ ਰਿਪੋਰਟ ਉੱਤੇ ਅਡਾਨੀ ਗਰੁੱਪ ਨੇ ਵੀ ਲਗਭਗ 400 ਪੇਜਾਂ ਦਾ ਰਿਸਪੌਂਸ ਜਿਹੜਾ ਹੈਗਾ ਉਹ ਦਿੱਤਾ ਏ, ਪਰ ਉਸ ਰਿਸਪੌਂਸ ਦੇ ਵਿੱਚ ਕੋਈ ਠੋਸ ਗੱਲ ਨਹੀਂ ਕੀਤੀ ਇਹਨਾਂ ਨੇ। ਇਹ ਗੱਲ ਬਹੁਤ ਉਹਨਾਂ ਨੇ ਜ਼ੋਰ ਦਿੱਤਾ ਕਿ ਇਹ ਇੰਡੀਆ ਉੱਤੇ ਹਮਲਾ ਏ। ਦੇਖੋ ਮਤਲਬ ਇਹ ਮੇਰਾ ਓਪੀਨੀਅਨ ਇਹ ਹੈ ਕਿ ਕੋਈ ਵੀ ਇੱਕ ਦੇਸ਼ ਦਾ ਬਿਜ਼ਨਸ, ਕੋਈ ਦੇਸ਼ ਦਾ ਕੋਈ ਇੱਕ ਪਰਟੀਕੂਲਰ ਲੀਡਰ, ਇਹ ਤਿੰਨੇ ਅਲੱਗ ਚੀਜ਼ਾਂ ਏ। ਜੇ ਕੋਈ ਦੇਸ਼ ਦੀ ਕਿਸੇ ਕੰਪਨੀ ਦੇ ਉੱਤੇ ਸਵਾਲ ਪੈਦਾ ਕਰ ਰਿਹਾ ਏ ਤੇ ਉਹ ਪ੍ਰੂਫ ਦੇ ਕੇ ਉਹ ਚੀਜ਼ਾਂ ਦੱਸ ਰਿਹਾ ਏ, ਇਹਦਾ ਮਤਲਬ ਇਹ ਨਹੀਂ ਕਿ ਉਹ ਦੇਸ਼ ਦੇ ਉੱਤੇ ਹਮਲਾ ਕਰ ਰਿਹਾ। ਜੇ ਕਿਸੇ ਦੇਸ਼ ਦੇ ਕੋਈ ਦੇਸ਼ ਦਾ ਕੋਈ ਲੀਡਰ ਕਰਪਟ ਆ, ਉਹਦੇ ਉੱਤੇ ਕੋਈ ਇਲਜ਼ਾਮ ਲਗਾ ਰਿਹਾ ਹੈ ਵਿਦ ਪ੍ਰੂਫ, ਤਾਂ ਇਹਦਾ ਮਤਲਬ ਇਹ ਥੋੜੀ ਕਿ ਦੇਸ਼ ਤੇ ਹਮਲਾ ਹੋ ਰਿਹਾ ਹੈ। ਇਸ ਲਈ ਇਹਨਾਂ ਨੇ ਅਡਾਨੀ ਗਰੁੱਪ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਰਿਸਪੌਂਸ ਦੇ ਵਿੱਚ, ਉਹਦੇ ਵਿੱਚ ਕੋਈ ਬਾਹਲੇ ਠੋਸ ਜਵਾਬ ਨਹੀਂ ਦਿੱਤੇ। ਇਸ ਚੀਜ਼ ਦਾ ਬਹੁਤ ਕੀਤਾ ਕਿ ਸਾਡੇ ਦੇਸ਼ ਤੇ ਹਮਲਾ ਹੋ ਰਿਹਾ ਹੈ। ਦੂਸਰੀ ਗੱਲ ਇਹ ਕਿ ਜਿਹੜਾ ਅਡਾਨੀ ਗਰੁੱਪ ਆ ਉਹ ਕਹਿੰਦਾ ਕਿ ਅਸੀਂ ਤੁਹਾਡੇ ਉੱਤੇ ਜਿਹੜਾ ਮਾਣਹਾਨੀ ਦਾ ਕੇਸ ਕਰਾਂਗੇ। ਹਿੰਡਨਬਰਗ ਨੂੰ ਕਹਿੰਦਾ ਕਿ ਤੁਸੀਂ ਸਾਡੇ ਉੱਤੇ ਝੂਠੇ ਇਲਜ਼ਾਮ ਲਾ ਰਹੇ ਹੋ। ਉਹ ਕਹਿੰਦਾ ਭਾਈ ਕੱਲ ਕਰਦਾ ਤੂੰ ਅੱਜ ਕਰ, ਕਿਉਂਕਿ ਕਈ ਰਿਪੋਰਟਾਂ ਜਾਂ ਕਈ ਸਬੂਤ ਇਹੋ ਜਿਹੇ ਜਿਹੜੇ ਅਸੀਂ ਨਹੀਂ ਸਾਨੂੰ ਮਿਲ ਸਕੇ, ਅਸੀਂ ਤੁਹਾਡੇ ਤੋਂ ਕੋਰਟ ਵਿੱਚ ਮੰਗਾਂਗੇ, ਤੁਸੀਂ ਕੋਰਟ ਵਿੱਚ ਹੀ ਆਓ। ਮਤਲਬ ਹਿੰਡਨਬਰਗ ਨੂੰ ਆਪਦੀ ਰਿਪੋਰਟ ਦੇ ਉੱਤੇ ਐਡਾ ਵਿਸ਼ਵਾਸ ਆ। ਹੁਣ ਦੇਖੋ ਇੱਕ ਗੱਲ ਹੋਰ ਆ ਜਿਹੜੀ ਮੈਂ ਫੀਲ ਕਰਦਾ ਕਿ ਇਹ ਜਿਹੜੇ ਦੋਸ਼ ਹੈਗੇ, ਜਿਹੜੇ ਐਲੀਗੇਸ਼ਨ ਹੈਗੇ, ਇਹ ਅਡਾਨੀ ਤੇ ਲਗਭਗ ਲੱਗਦੇ ਰਹੇ, ਅਡਾਨੀ ਗਰੁੱਪ ਤੇ, ਕੋਈ ਨਵੀਂ ਗੱਲ ਨਹੀਂ। ਪਰ ਇਹ ਗੱਲ ਕੀ ਹੈਗੀ ਕਿ ਇਹ ਸਾਡੇ ਜਿਹੜੇ ਦੋਸ਼ ਆ ਸਮੇਂ-ਸਮੇਂ ਤੇ ਲੱਗਦੇ ਆ। ਇਹ ਜਿਹੜੀ ਰਿਪੋਰਟ ਆ ਉਹ ਸਾਰਿਆਂ ਦਾ ਇੱਕ ਕੰਪਾਈਲੇਸ਼ਨ ਹੋ ਕੇ ਉਹ ਪੇਸ਼ ਕਰ ਦਿੱਤੀ ਗਈ ਵਰਲਡ ਨੂੰ, ਤੇ ਜਿਹਦੇ ਕਰਕੇ ਉਹਨਾਂ ਦੀ ਹਾਲਤ ਇੱਕਦਮ ਖਸਤਾ ਹੋਣੀ ਸ਼ੁਰੂ ਹੋ ਗਈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਆਪਾਂ ਨੂੰ ਸਭ ਨੂੰ ਪਤਾ ਕਿ ਜਿਹੜੀ ਅਡਾਨੀ ਦੇ ਗਰੁੱਪ ਦੇ ਜਿਹੜੇ ਜਿੰਨੇ ਵੀ ਸਟਾਕ ਹੈਗੇ ਸਾਰੇ ਓਵਰ ਵੈਲਿਊਡ ਆ, ਸਭ ਦੇ ਉੱਪਰ ਕਰਜ਼ਾ ਭਰ ਕੇ ਲਿਆ ਹੋਇਆ, ਗੌਰਮੈਂਟ ਦੀ ਸਪੋਰਟ ਹੈਗੀ ਆ। ਤੇ ਇਹ ਕਈ ਚੀਜ਼ਾਂ ਜਿਵੇਂ ਕਿ ਆਡਿਟਸ ਹੋਈਆਂ ਸੀਗੀਆਂ, ਉਹ ਚੀਜ਼ਾਂ ਵਿੱਚ ਹਜੇ ਮੈਂ ਨਹੀਂ ਗਿਆ, ਜ਼ਿਆਦਾ ਵੀਡੀਓ ਲੰਬੀ ਹੋ ਜਾਣੀ ਸੀ। ਇਹੋ ਜਿਹੀਆਂ ਕਈ ਚੀਜ਼ਾਂ ਜਿਹੜੀਆਂ ਆਮ ਲੋਕਾਂ ਨੂੰ ਪਤਾ ਏ ਕਿ ਯਾਰ ਆਹ ਚੀਜ਼ਾਂ ਹੈਗੀਆਂ ਏ। ਇਸ ਗਰੁੱਪ ਜਿਹੜੀ ਰਿਪੋਰਟ ਆ ਉਹਨੇ ਕੁਛ ਬੜਾ ਵੱਖਰਾ ਜਾਂ ਨਵੀਂ ਚੀਜ਼ ਨਹੀਂ ਦੱਸੀਗੀ, ਪਰ ਉਹ ਪੁਰਾਣੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਦੱਸਤਾ ਏ। ਪਰ ਇੱਕ ਗੱਲ ਜ਼ਰੂਰ ਹੋ ਗਈ ਕਿ ਜਿਹੜੇ ਆਪਣੀ ਜਿਹੜੀ ਸਟਾਕ ਮਾਰਕੀਟ ਆ ਉਹਦੇ ਵਿੱਚ ਜਿਹੜੇ ਅਡਾਨੀ ਦੇ ਪਰਟੀਕੂਲਰ ਸਟਾਕ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਪਰ ਓਵਰ ਵੈਲਿਊਸ ਉਹਨਾਂ ਨੇ ਇੱਕ ਨਾ ਇੱਕ ਟਾਈਮ 'ਤੇ ਆਪਦੇ ਸਹੀ ਪ੍ਰਾਈਸ 'ਤੇ ਆਉਣਾ ਹੀ ਸੀ, ਅਤੇ ਮੈਨੂੰ ਲੱਗਦਾ ਹੁਣ ਉਹਨਾਂ ਦਾ ਸਹੀ ਪ੍ਰਾਈਸ 'ਤੇ ਆਉਣ ਦਾ ਵੇਲਾ ਆ ਗਿਆ ਏ। ਪਰ ਬਹੁਤ ਸਾਰੇ ਇਨਵੈਸਟਰ ਆ ਜਿਨ੍ਹਾਂ ਨੇ ਆਪਦਾ ਬਹੁਤ ਪੈਸਾ ਨੁਕਸਾਨ ਕਰਾ ਲਿਆ ਏ। ਇਸੇ ਕਰਕੇ ਸਟਾਕ ਮਾਰਕੀਟ ਨੂੰ ਕਹਿੰਦੇ ਨੇ ਕਿ ਸਿੱਖ ਕੇ ਕਰਨ ਵਾਲਾ ਕੰਮ ਆ, ਐਵੇਂ ਅੰਨ੍ਹੇਵਾਹ ਪੈਸੇ ਲਾਵਾਂਗੇ ਤਾਂ ਨੁਕਸਾਨ ਹੀ ਹੋਊਗਾ। ਹੁਣ ਅਡਾਨੀ ਦਾ ਜਿਹੜਾ ਲਾਸਟ ਹਾਈ ਮੈਂ ਦੇਖਿਆ ਸੀ ਅਡਾਨੀ ਐਂਟਰਪ੍ਰਾਈਜ਼ ਦਾ, ਉਹ 4000 ਦੇ ਕਰੀਬ ਸੀ। ਅੱਜ ਉਹ 2000 ਦੇ ਆਸ-ਪਾਸ, 1700 ਦੇ ਆਸ-ਪਾਸ ਚੱਲ ਰਿਹਾ ਹੋਣਾ ਏ। ਹੁਣ ਜਿਹਨੇ ਉਸ ਸਮੇਂ ਖਰੀਦ ਲਿਆ ਹੋਣਾ, ਅੱਜ ਉਹਦੀ ਹਾਲਤ ਕੀ ਹੋਊਗੀ ਇਹ ਉਹਦਾ ਮਾਣ ਹੀ ਪੁੱਛਿਆ ਜਾਣਦਾ ਏ। ਇਸ ਲਈ ਕਿਸੇ ਵੀ ਕੰਪਨੀ ਵਿੱਚ ਇਨਵੈਸਟ ਕਰਨਾ ਘੱਟੋ ਘੱਟ ਉਸ ਚੀਜ਼ ਦੀ ਰਿਸਰਚ ਕਰ ਲਓ। ਜੇ ਰਿਸਰਚ ਨਹੀਂ ਕਰਨੀ ਤਾਂ ਸੌਖਾ ਤਰੀਕਾ ਕੀ ਆ, ਜਾਂ ਤਾਂ ਮਿਊਚੁਅਲ ਫੰਡ ਵਿੱਚ ਲਾਓ ਅਤੇ ਜਾਂ ਫਿਰ ਇੰਡੈਕਸ ਫੰਡ ਵਿੱਚ ਲਗਾ ਦਿਓ। ਕਿਉਂਕਿ ਹੁਣ ਅਡਾਨੀ ਡਿੱਗ ਰਿਹਾ ਏ, ਮਤਲਬ ਜੇ ਲੋਕ ਕਹਿ ਰਹੇ ਨਾ ਕਿ ਦੇਸ਼ ਦੀ ਇਕੋਨਮੀ ਡਿੱਗ ਪਊ ਅਡਾਨੀ ਦੇ ਡਿੱਗਣ ਨਾਲ, ਹਾਂ ਫਰਕ ਪਊਗਾ, ਪਰ ਇੰਨਾ ਨਹੀਂ ਹੋਣਾ। ਕਿਉਂਕਿ ਹੁਣ ਤੁਸੀਂ ਜੇ ਚੈੱਕ ਕਰੋਗੇ ਡਾਟਾ, ਸਾਰੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਠੀਕ ਪਰਫੋਰਮ ਕਰ ਰਹੀਆਂ ਏ। ਜਿਹੜੀਆਂ ਅਡਾਨੀ ਨਾਲ ਡਾਇਰੈਕਟਲੀ ਜੁੜੀਆਂ ਹੋਈਆਂ ਜਿਵੇਂ LIC ਜਾਂ SBI, ਉਹਨਾਂ ਦੇ ਵਿੱਚ ਜ਼ਰੂਰ ਗਿਰਾਵਟ ਦੇਖਣ ਨੂੰ ਮਿਲ ਰਹੀ ਆ। ਪਰ ਇਹਦਾ ਮਤਲਬ ਇਹ ਨਹੀਂ ਜੇ ਅਡਾਨੀ ਡਿੱਗ ਪਿਆ ਤਾਂ ਸਾਰੇ ਹੀ ਡਿੱਗ ਪੈਣਗੇ, ਇਹੋ ਜਿਹਾ ਕੁਛ ਨਹੀਂ ਹੋਣਾਗਾ। ਹਾਂ ਫਰਕ ਤਾਂ ਥੋੜ੍ਹਾ ਬਹੁਤ ਪੈਂਦਾ ਹੀ, ਕਿਉਂਕਿ ਅਡਾਨੀ ਛੋਟਾ ਨਹੀਂ ਬਹੁਤ ਵੱਡਾ ਗਰੁੱਪ ਆ। ਕਿਉਂਕਿ 6 ਏਅਰਪੋਰਟ, 13 ਸੀ ਪੋਰਟ, ਰੋਡ, ਪਾਵਰ, ਰੀਨਿਊਏਬਲ ਐਨਰਜੀ, ਗੈਸ, ਰੀਅਲ ਸਟੇਟ, FMCG, ਮੀਡੀਆ, ਇਹਨਾਂ ਸਾਰਿਆਂ ਦੇ ਵਿੱਚ ਅਡਾਨੀ ਫੈਲਿਆ ਹੋਇਆ ਏ। ਇਸ ਲਈ ਆਪਾਂ ਦੀ ਆਲੋਚਨਾ ਜਿੰਨੀ ਮਰਜ਼ੀ ਕਰ ਸਕਦੇ ਅਡਾਨੀ ਦੀ, ਪਰ ਇਸ ਚੀਜ਼ ਨੂੰ ਜੇ ਆਪਾਂ ਨਿਗਲੈਕਟ ਨਹੀਂ ਕਰ ਸਕਦੇ ਕਿ ਭਾਰਤ ਦੀ ਗਰੋਥ ਵਿੱਚ ਅਡਾਨੀ ਦਾ ਬਹੁਤ ਵੱਡਾ ਹੱਥ ਸੀ ਜਾਂ ਹੋਣ ਜਾ ਰਿਹਾ ਸੀ। ਕਿਉਂਕਿ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਅਡਾਨੀ ਦੇ ਕੋਲ ਸੀ, ਕੋਈ ਰੋਡ ਨੂੰ ਲੈ ਕੇ ਸੀ, ਕੋਈ ਪੋਰਟ ਨੂੰ ਲੈ ਕੇ ਸੀ, ਜਾਂ ਐਨਰਜੀ ਦੇ ਵਿੱਚ ਸੀ, ਜਾਂ ਗੈਸ ਦੇ ਵਿੱਚ ਸੀ, ਕਿਤੇ ਵੀ ਸੀ ਜਿੱਥੇ ਅਡਾਨੀ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਸੀ। ਜੇਕਰ ਅਡਾਨੀ ਨੂੰ ਕੁਝ ਹੁੰਦਾ ਹੈ ਤਾਂ ਡੈਫੀਨੇਟਲੀ ਇਹਨਾਂ ਤੇ ਇੰਪੈਕਟ ਤਾਂ ਜ਼ਰੂਰ ਪਊਗਾ ਹੀ। ਇਸ ਲਈ ਡਰ ਇਸ ਚੀਜ਼ ਦਾ ਨਹੀਂ ਹੋਣਾ ਚਾਹੀਦਾ ਕਿ ਅਡਾਨੀ ਗਰੁੱਪ ਦੇ ਸ਼ੇਅਰ ਡਿੱਗ ਰਹੇ ਆ। ਫਿਕਰ ਤੇ ਡਰ ਇਸ ਚੀਜ਼ ਦਾ ਹੋਣਾ ਚਾਹੀਦਾ ਕਿ ਅਡਾਨੀ ਗਰੁੱਪ ਨੇ ਜਿਹੜੇ ਵਾਅਦੇ ਸਰਕਾਰ ਨਾਲ ਕੀਤੇ ਸੀ, ਜਿਹੜੇ ਪ੍ਰੋਜੈਕਟ ਉਹਨੇ ਇੰਡੀਆ ਦੇ ਵਿੱਚ ਕਰਨੇ ਸੀ, ਕੀ ਅਡਾਨੀ ਗਰੁੱਪ ਉਹ ਵਾਅਦੇ ਨਿਭਾ ਪਾਊਗਾ।